ਸਕੂਲ ਦੀ ਵੀ ਇੰਨੀ ਜ਼ਿਆਦਾ ਫੀਸ ਹੈ, ਇੰਨੇ ਜਿੰਨਾ ਬਾਕੀਆਂ ਦਾ ਖਰਚਾ ਉਹਨਾਂ ਦਾ ਸਕੂਲ ਦਾ ਹੀ ਖਰਚਾ ਹੈ ਜੀ। ਉਹ 30-32 ਹਜ਼ਾਰ ਰੁਪਇਆ ਉਹ ਇਕੱਠੀ ਫੀਸ ਮੰਗ ਰਹੇ ਹਨ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ 2 ਮਹੀਨੇ ਜਿਹੜਾ ਬੱਚਾ ਜਾ ਨਹੀਂ ਰਿਹਾ ਉਹਦੀ ਫੀਸ ਵੀ ਨਾਲ ਹੀ ਚਾਰਜ ਕਰ ਰਹੇ ਹਨ। ਅਸੀਂ ਹੁਣ ਕਿੱਥੇ ਜਾਈਏ, ਲੋਕਾਂ ਤੋਂ ਮੰਗ ਕੇ ਵੀ ਤੰਗ ਹੋ ਗਿਆ, ਲੋਕੀ ਥ੍ਰੈਟ ਵੀ ਕਰਨ ਲੱਗ ਗਏ ਆ ਹੁਣ ਕਿ ਵੀ ਸਾਡੇ ਪੈਸੇ ਵਾਪਸ ਦਿੱਤੇ ਜਾਣ। ਫੀਸ ਘੱਟ ਕਰਨ ਜਾਂ ਮਾਫ ਕਰਨ ਜਾਂ ਸਾਨੂੰ ਇਦਾਂ ਦੀ ਕਾਨੂੰਨ ਕੋਈ ਇਜਾਜ਼ਤ ਦੇਵੇ ਕਿ ਅਸੀਂ ਆਪਣੇ ਕੋਈ ਅੰਗ ਵੇਚ ਕੇ ਅਕੋਰਡਿੰਗ ਟੂ ਸਰਕਾਰ ਫਿਰ ਅਸੀਂ ਫੀ ਪੇ ਕਰ ਸਕੀਏ ਤੇ ਆਪਣੇ ਬੱਚੇ ਨੂੰ ਅੱਗੇ ਵਧਾ ਸਕੀਏ। ਕੀ ਹੱਲ ਹੈ ਇਹਦਾ? ਆਰਗਨ ਵੇਚਣ ਤੋਂ ਸਿਵਾਏ ਹੋਰ ਕੀ ਹੱਲ ਹੈ? ਇਹ ਸਾਨੂੰ ਦੱਸਿਆ ਜਾਏ ਨਾ ਕਿ ਇੰਨੀਆਂ ਫੀਸਾਂ ਅਸੀਂ ਕਿਸ ਤਰ੍ਹਾਂ ਦਈਏ। ਮੈਨੂੰ ਇਸ ਟਾਈਮ ਦੇ ਵਿੱਚ ਮਤਲਬ ਕਿ ਮੈਂ ਇੰਨਾ ਜ਼ਿਆਦਾ ਹਰਾਸ ਹੋ ਚੁੱਕਿਆ ਲੋਕਾਂ ਦੇ, ਮੈਂ ਪੈਸੇ ਦੇਣੇ ਆ, ਕੱਲ ਨੂੰ ਅਗਰ ਕੁਝ ਹੁੰਦਾ ਹੈ, ਮੇਰੀ ਥ੍ਰੈਟ ਹੁੰਦਾ ਮੈਨੂੰ ਲਾਈਫ 'ਚ ਜਾਂ ਮੇਰੇ ਕਰੈਕਟਰ ਤੇ ਕੋਈ ਇਲਜ਼ਾਮ ਲਾਉਂਦਾ। ਜਿਸ ਤਰੀਕੇ ਨਾਲ ਇਹਨੇ ਲੈਟਰ ਲਿਖੀ, ਤੁਸੀਂ ਸਹਿਮਤ ਹੋ ਇਹਨਾਂ ਨਾਲ? ਲਾਸਟ ਅਲਟਰਨੇਟਿਵ ਹੈ ਕਿ ਜਾਂ ਤਾਂ ਕਾਨੂੰਨ ਪਾਸ ਕੀਤਾ ਜਾਏ ਜਾਂ ਤਾਂ ਮੈਂ ਕੋਈ ਕਿਡਨੀ ਵੇਚਾਂ ਜਾਂ ਕੋਈ ਆਰਗਨ ਵੇਚਾਂ। ਨਹੀਂ ਅਗਰ ਕਾਨੂੰਨ ਪਾਸ ਹੁੰਦਾ ਇਹੋ ਜਿਹਾ ਤਾਂ ਫਿਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਮੈਂ ਆਪਣੀ ਬੱਚੀ ਨੂੰ ਅਗਰ ਨਹੀਂ ਅੱਖਾਂ ਮਿਲਾ ਪਾਇਆ ਤਾਂ ਮੈਂ ਆਤਮ ਹੱਤਿਆ ਕਰ ਲੂੰਗਾ ਜਾਂ ਜ਼ਹਿਰ ਖਾਊਂਗਾ। ਹੋਰ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਹੈ। ਤਾਂ ਹੀ ਤਾਂ ਮੈਂ ਮੰਗ ਰਿਹਾ ਜੀ, ਤਾਂ ਹੀ ਤਾਂ ਅਪੀਲ ਕਰ ਰਿਹਾ ਸਰਕਾਰ ਨੂੰ। ਔਰ ਲੇਬਰ ਗਵਰਨਰ ਸਾਹਿਬ ਨੂੰ ਮੈਂ ਲਿਖ ਕੇ ਭੇਜਿਆ ਹੈ, ਦੇਖੋ ਨੌਕਰੀ ਨਹੀਂ ਹੈਗੀ ਹੈ, ਫਿਰ ਤਾਂ ਹੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਮੇਰੇ ਬਾਰੇ ਸੋਚਿਆ ਜਾਂ ਮੇਰੇ ਬਾਰੇ ਕੀ ਹੋਰ ਪੇਰੈਂਟਸ ਨਹੀਂ ਹੈ? ਕਿਆ ਹੋਰ ਪੇਰੈਂਟਸ ਬਾਹਰ ਨਹੀਂ ਆ ਰਹੇ? क्या होर पेरेंट्स की करेंगे? आम बंदा नहीं चुका सकता इतना पैसा। एक तरफ पूरी फैमिली का खर्चा, एक तरफ स्कूल का खर्चा। एक कितना इट इज़ पॉसिबल कि बंदा एक पासे फैमिली पालेगा या एक बच्चे को पालेगा? ਜਿਹੜੇ ਬੱਚੇ 5 ਮਹੀਨੇ ਸਕੂਲ ਹੀ ਨਹੀਂ ਗਏ ਆ, ਘੱਟੋ ਘੱਟ ਉਹਦੀ ਸਕੂਲ ਤਾਂ ਮਾਫ ਕੀਤੀ ਜਾਏ। ਮਾਰਚ ਤੱਕ ਅਸੀਂ ਫੀਸ ਦੇ ਚੁੱਕੇ ਹਾਂ, ਅਪ੍ਰੈਲ 'ਚ ਬੱਚਾ ਗਿਆ ਨਹੀਂ ਕੋਰੋਨਾ ਵਾਇਰਸ ਕਾਰਨ, ਅਪ੍ਰੈਲ ਮਈ ਜੂਨ ਦੇ ਵਿੱਚ ਬੱਚਾ ਗਿਆ ਨਹੀਂ ਹੈ। ਉਸ ਤੋਂ ਬਾਅਦ ਜੂਨ ਜੁਲਾਈ ਅਗਸਤ ਤੱਕ ਦੀਆਂ ਛੁੱਟੀਆਂ ਕਰਤੀਆਂ ਗਈਆਂ, 5 ਮਹੀਨੇ ਤਾਂ ਬੱਚਾ ਸਕੂਲ ਹੀ ਨਹੀਂ ਗਿਆ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਫੀਸਾਂ ਨੂੰ ਲੈ ਕੇ 70% ਦਾ ਵਾਧਾ ਜਿਹੜਾ ਕੋਰਟ ਵੱਲੋਂ ਆਇਆ, ਤਾਂ ਉਸ ਤੋਂ ਬਾਅਦ ਕਈ ਪੇਰੈਂਟਸ ਇਹੋ ਜਿਹੇ ਵੀ ਹੈਗੇ ਨੇ, ਮਾਂ-ਬਾਪ ਹੈਗੇ ਨੇ ਜਿਹੜੇ ਕਿ ਫੀਸ ਨਹੀਂ ਦੇ ਪਾਉਣਗੇ, ਜਾਂ ਜਿਨ੍ਹਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਫੀਸ ਨਹੀਂ ਦੇਵਾਂਗੇ। ਕਾਰਨ ਇਹੀ ਸੀ ਕਿ ਕੋਵਿਡ ਦੇ ਵਿੱਚ ਯਾਨੀ ਕਿ ਕਰੋਨਾ ਵਾਇਰਸ ਦੇ ਚੱਲਦੇ ਕਾਫੀਆਂ ਇੱਥੇ ਮਾਂ-ਬਾਪ ਦੇ ਜਿਹੜੇ ਨੇ ਕੰਮ ਬੰਦ ਹੋ ਗਏ ਸੀ, ਕਾਰੋਬਾਰ ਬੰਦ ਹੋ ਗਏ ਸੀ, ਨੌਕਰੀਆਂ ਚਲੀਆਂ ਗਈਆਂ ਸਨ। ਅੱਜ ਅਸੀਂ ਤੁਹਾਨੂੰ ਇਹੋ ਜਿਹੀ ਫੈਮਿਲੀ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਮੈਂਬਰ ਯਾਨੀ ਕਿ ਅਤੁਲ ਵੋਰਾ ਨੇ ਇਹ ਗੱਲ ਕਹੀ ਹੈ। ਗਵਰਨਰ ਨੂੰ ਇੱਕ ਲੈਟਰ ਲਿਖਿਆ ਤੇ ਲੈਟਰ ਵਿੱਚ ਇਹ ਲਿਖਿਆ ਗਿਆ ਕਿ ਯਾਨੀ ਕਿ ਕਿਡਨੀ ਉਹ ਸੇਲ ਕਰ ਸਕਣ ਆਪਣੀ। ਇਸ ਨੂੰ ਲੈ ਕੇ ਇੱਕ ਲੈਟਰ ਲਿਖਿਆ ਗਵਰਨਰ ਨੂੰ ਕਿ ਇਸ ਦਾ ਵੀ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਕਿ ਉਹ ਆਪਣੀ ਕਿਡਨੀ ਵੇਚ ਕੇ ਬੱਚੇ ਦੀ ਸਕੂਲ ਦੀ ਫੀਸ ਜਿਹੜੀ ਹੈ ਉਹ ਭਰ ਸਕਣ। ਸਾਡੇ ਨਾਲ ਖੁਦ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਲੈਟਰ ਲਿਖਿਆ ਕਿਉਂ ਹੈ। ਸਰ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਲੈਟਰ ਲਿਖਿਆ ਕਿਉਂ ਹੈ ਗਵਰਨਰ ਨੂੰ, ਔਰ ਲੈਟਰ ਦੇ ਵਿੱਚ ਕਿਹੜੀ ਗੱਲਾਂ ਲਿਖੀਆਂ ਨੇ? ਅਸੀਂ ਗਵਰਨਰ ਜੀ ਨੂੰ ਅਪੀਲ ਕੀਤੀ ਹੈ ਕਿ ਵੀ ਸਾਡੀ ਜਿਹੜੀ ਫੀਸ ਹਾਈਕ ਹੋ ਚੁੱਕੀ ਹੈ, ਹੁਣ ਇੰਨੀਆਂ ਫੀਸਾਂ ਵੱਧ ਚੁੱਕੀਆਂ, ਉਹਦੇ ਖਿਲਾਫ ਸਰ ਜੀ ਇੰਨੇ ਕਾਰਵਾਈ ਕਰ ਚੁੱਕੇ, ਲੇਕਿਨ ਐਡਮਿਨਿਸਟ੍ਰੇਸ਼ਨ ਨੇ ਜਾਂ ਲਾਅ ਨੇ ਕੋਈ ਵੀ ਸਾਡਾ ਸਾਥ ਨਹੀਂ ਦਿੱਤਾ। ਈਵਨ ਹੁਣ ਮੇਰੇ ਕੋਲ ਕੋਈ ਜੌਬ ਨਹੀਂ ਹੈ, ਈਵਨ ਮੈਂ ਹਾਊਸ ਰੈਂਟ ਭਰਨਾ, ਮੇਰੀ EMIs ਹੈ, ਮੇਰੀ ਇੰਸ਼ੋਰੈਂਸ ਦੀ ਉਹ ਦੇਣੀ ਹੈ, ਕਾफ़ੀ ਐਸੀ ਚੀਜ਼ਾਂ। ਲੇਕਿਨ ਸਕੂਲ ਜਿਹੜਾ ਹੈਗਾ, ਸਕੂਲ ਦੀ ਵੀ ਇੰਨੀ ਜ਼ਿਆਦਾ ਫੀਸ ਹੈ, ਇੰਨੇ ਜਿੰਨਾ ਬਾਕੀਆਂ ਦਾ ਖਰਚਾ ਉਹਨਾਂ ਦਾ ਸਕੂਲ ਦਾ ਹੀ ਖਰਚਾ ਹੈ ਜੀ। ਹੁਣ ਸਕੂਲ ਇਕੱਠਾ ਹੀ ਸਾਡੇ ਤੋਂ ਪੇਮੈਂਟ ਮੰਗ ਰਿਹਾ ਹੈਗਾ। ਸਕੂਲ ਪੈਡ ਦੇ ਉੱਤੇ ਜਿਹਨਾਂ ਵਿੱਚ ਲਗਾਇਆ ਉਹਨਾਂ ਨੇ ਕਿ ਵੀ ਫੀਸ ਦਿਓ, ਉਹ 30-32 ਹਜ਼ਾਰ ਰੁਪਇਆ ਉਹ ਇਕੱਠੀ ਫੀਸ ਮੰਗ ਰਹੇ ਹਨ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ 2 ਮਹੀਨੇ ਜਿਹੜਾ ਬੱਚਾ ਜਾ ਨਹੀਂ ਰਿਹਾ ਉਹਦੀ ਫੀਸ ਵੀ ਨਾਲ ਹੀ ਚਾਰਜ ਕਰ ਰਹੇ ਹਨ। ਔਰ ਇਹ ਟਿਊਸ਼ਨ ਨਾਮ ਫੀਸ ਦੇ ਨਾਮ ਤੇ ਇਹਨਾਂ ਨੇ ਸਾਰੇ ਹੈੱਡ ਉਡਾਤੇ ਹੈ। ਜਿਹੜੇ ਪਹਿਲਾਂ ਬਿਊਰਾ ਦਿੱਤਾ ਜਾਂਦਾ ਸੀ, ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਸਕੂਲ ਦੇ ਖਿਲਾਫ ਹਾਈ ਫੀਸ ਦੇ ਲਈ ਕੇਸ ਕੀਤਾ ਸੀਗਾ, ਲੇਕਿਨ ਉਹਦੇ ਕਾਫੀ ਚੰਡੀਗੜ੍ਹ ਐਸੋਸੀਏਸ਼ਨ ਪੇਰੈਂਟਸ ਐਸੋਸੀਏਸ਼ਨ ਨੂੰ ਕਹਿ ਕੇ ਦੇ ਥਰੂ ਅਸੀਂ ਕਾਫੀ ਅਪੀਲਾਂ ਪਾਈਆਂ, ਲੇਕਿਨ ਉਹਨਾਂ ਦਾ ਵੀ ਕੋਈ ਹੱਲ ਨਹੀਂ ਹੋਇਆ। ਉਹ ਵੀ ਫੀਸ ਕੋਈ ਮਾਫ ਨਹੀਂ ਕੀਤੀ ਗਈ, ਕੁਝ ਨਹੀਂ ਕੀਤਾ ਗਿਆ, ਕੋਈ ਕਾਨੂੰਨ ਨਹੀਂ ਆਇਆ ਜੀ। ਹੁਣ ਤੱਕ ਕਰੋਨਾ ਵਾਇਰਸ ਕਾਰਨ ਦੀ ਸੈਲਰੀ ਵੀ ਨਹੀਂ ਮਿਲ ਰਹੀ ਹੈਗੀ ਹੈ ਤੇ ਹੁਣ ਮੈਂ ਆਪਣੇ ਬੱਚੇ ਨੂੰ ਕੀ ਕਰਾਂ, ਸਕੂਲ 'ਚ ਕਿਉਂ ਕਢਾਵਾਂ? ਮੇਰੀ ਬੇਟੀ ਹੈ, ਸ਼ੀ ਇਜ਼ ਇਨ 7th ਕਲਾਸ, ਲੇਕਿਨ ਉਹਦੀ ਫੀਸ ਇੰਨੀ ਹੋ ਚੁੱਕੀ ਹੈ ਕਿ ਆਈ ਐਮ ਨਾਟ ਏਬਲ ਟੂ ਬੀਅਰ ਇਟ। ਮੈਂ ਹੁਣ ਆਪਣੀ ਕਿਡਨੀ ਹੀ ਵੇਚ ਸਕਦਾ, ਮੇਰੇ ਕੋਲ ਹੋਰ ਕੀ ਕਾਰਨ ਹੈ ਕਿ ਮੈਂ ਕੀ ਕਰਾਂ? ਮੈਂ ਅਪੀਲ ਕਰਦਾ ਕਿ ਵੀ ਕੀ ਕਹਿੰਦੇ ਆ, ਇਹ ਇਜਾਜ਼ਤ ਦਿੱਤੀ ਜਾਏ, ਲਾਅ ਬਣਾਇਆ ਜਾਏ ਕਿ ਵੀ ਅਸੀਂ ਹੁਣ ਹੋਰ ਕੀ ਕਰ ਸਕਦੇ। ਅਸੀਂ ਅਸਹਾਏ ਹੈਗੇ ਹਾਂ। ਮੇਰੀ ਮਦਰ ਗੌਰਮੈਂਟ ਸਰਵੈਂਟ ਰਿਟਾਇਰ ਹੋਏ ਆ, 5 ਬੰਦਿਆਂ ਦੀ ਉਹ ਇੱਕ ਛੋਟੀ ਜਿੰਨੀ ਆਪਣੀ ਉਸ 'ਚੋਂ ਉਹ ਪੈਨਸ਼ਨ 'ਚੋਂ ਉਹ ਸਾਡਾ ਖਰਚਾ ਕਰ ਰਹੇ ਹੈਗੇ ਆ। ਅਸੀਂ ਹੁਣ ਕਿੱਥੇ ਜਾਈਏ, ਲੋਕਾਂ ਤੋਂ ਮੰਗ ਕੇ ਵੀ ਤੰਗ ਹੋ ਗਿਆ, ਲੋਕੀ ਥ੍ਰੈਟ ਵੀ ਕਰਨ ਲੱਗ ਗਏ ਆ ਹੁਣ ਕਿ ਵੀ ਸਾਡੇ ਪੈਸੇ ਵਾਪਸ ਦਿੱਤੇ ਜਾਣ।
ਹੁਣ ਮੈਂ ਕਿੱਥੋਂ ਲੈ ਕੇ ਆਉਂਗਾ ਜੀ? ਹਾਈ ਫੀਸ ਕਿੱਦਾਂ, ਇੰਨਾ ਜ਼ਿਆਦਾ ਪੈਸਾ ਇਹਨਾਂ ਨੇ ਸਾਡੇ ਉੱਤੇ ਚਾਰਜ ਕਰਤਾ ਹੈ ਕਿ ਹੁਣ ਇਟ ਇਜ਼ ਇੰਪੋਸੀਬਲ। ਹੁਣ ਤਾਂ ਇਹੀ ਹੈ ਕਿ ਅਗਰ ਕੋਈ ਕਾਨੂੰਨ ਪਾਸ ਹੁੰਦਾ ਐਸਾ ਕਿ ਅਸੀਂ, ਕਿਉਂਕਿ ਮੇਰੇ ਕੋਲ ਇੱਕ ਐਸਾ ਵੀ ਬੰਦਾ ਹੈਗਾ, ਕਲਾਇੰਟ ਵੀ ਹੈਗਾ, ਜਾਂ ਇੱਕ ਬੰਦਾ ਹੈਗਾ ਜਿਹੜਾ ਕਿ ਮੇਰੇ ਤੋਂ ਲੈਣਾ ਚਾਹ ਰਿਹਾ, ਲੇਕਿਨ ਉਹਦੀ ਵੀ ਇਹੀ ਸ਼ਰਤ ਹੈ ਕਿ ਅਗਰ ਕਾਨੂੰਨ ਹੋਏਗਾ ਤਾਂ ਹੀ ਅਸੀਂ ਵੇਚ ਸਕਦੇ ਹਾਂ। ਮੇਰਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਗਵਰਨਰ ਨੂੰ ਲੈਟਰ ਲਿਖਿਆ ਵੀ ਕਿਡਨੀ ਜਿਹੜੀ ਹੈਗੀ ਹੈ ਉਸ ਨੂੰ ਵੇਚਣ ਵਾਸਤੇ ਕਾਨੂੰਨ ਬਣਾਇਆ ਜਾਵੇ, ਹੁਣ ਤੁਹਾਡੇ ਕੋਲ ਕੋਈ ਗਾਹਕ ਹੈਗਾ ਵੀ ਤੁਸੀਂ ਆਪਣੀ ਕਿਡਨੀ ਵੇਚ ਕੇ ਪੈਸੇ ਦੇ ਦੋਗੇ ਜੇ ਕਾਨੂੰਨ ਬਣ ਜਾਂਦਾ? ਜੇ ਕਾਨੂੰਨ ਦੇ ਮੁਤਾਬਿਕ ਆਪਾਂ ਕੁਝ ਵੀ ਨਹੀਂ ਕਰ ਸਕਦੇ, ਬਿਨਾਂ ਕਾਨੂੰਨ, ਜੇ ਤੁਹਾਨੂੰ ਕਾਨੂੰਨ ਇਜਾਜ਼ਤ ਦੇਗਾ ਤੁਸੀਂ ਕੰਮ ਕਰ ਸਕਦੇ ਹੋ, ਵੈਸੇ ਜੇ ਤੁਸੀਂ ਬਿਨਾਂ ਇਜਾਜ਼ਤ ਤੋਂ ਕਰੋਗੇ ਤੁਹਾਡੇ ਤੇ ਇਸ ਚੀਜ਼ ਤੇ ਪਰਚਾ ਵੀ ਦਰਜ ਹੋ ਸਕਦਾ ਹੈ। ਫਿਰ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਲਾ ਹੈਗਾ ਇਹ ਬਣਾਉਣਾ ਚਾਹੀਦਾ? ਤਾਂ ਹੀ ਤਾਂ ਮੈਂ ਸਰ ਅਪੀਲ ਕੀਤੀ ਹੈਗੀ ਕਿ ਇਹ ਲਾਅ ਬਣਾਉਣਾ ਚਾਹੀਦਾ। ਕਈਆਂ ਨੂੰ ਕਿਡਨੀਆਂ ਨਹੀਂ ਮਿਲ ਰਹੀਆਂ ਜੀ, ਜਾਂ ਤਾਂ ਫੀਸ ਮਾਫ ਜਾਂ- ਕਰਨ, ਜਾਂ ਤਾਂ ਫੀਸ ਘੱਟ ਕਰਨ ਜਾਂ ਮਾਫ ਕਰਨ, ਜਾਂ ਸਾਨੂੰ ਇਦਾਂ ਦੀ ਕਾਨੂੰਨ ਕੋਈ ਇਜਾਜ਼ਤ ਦੇਵੇ ਕਿ ਅਸੀਂ ਆਪਣੇ ਕੋਈ ਅੰਗ ਵੇਚ ਕੇ ਅਕੋਰਡਿੰਗ ਟੂ ਸਰਕਾਰ ਫਿਰ ਅਸੀਂ ਫੀ ਪੇ ਕਰ ਸਕੀਏ ਤੇ ਆਪਣੇ ਬੱਚੇ ਨੂੰ ਅੱਗੇ ਪੜ੍ਹਾ ਸਕੀਏ। ਅਗਰ ਅਸੀਂ ਇਹ ਨਹੀਂ ਕਾਨੂੰਨ ਪਾਸ ਹੁੰਦਾ ਤਾਂ ਅਦਰਵਾਈਜ਼ ਕੀ ਅਲਟਰਨੇਟਿਵ ਹੈ? ਜਾਂ ਅਸੀਂ ਫਾਂਸੀ ਲਾਉਣ ਨੂੰ ਤਿਆਰ ਹੁੰਦੇ, ਕਿਉਂਕਿ ਸਾਡੀ ਬੇਟੀ, ਅਸੀਂ ਇੱਕ ਬੱਚੀ ਹੈ, ਅਸੀਂ 5 ਸਾਲ ਤੋਂ ਟਰਾਈ ਕੀਤੀ ਹੈਗੀ, ਅਸੀਂ ਸਾਡਾ ਬੱਚਾ ਇੱਕ ਹੋਰ ਅਸੀਂ ਨਹੀਂ ਕਰ ਪਾ ਰਹੇ, ਕਿਉਂਕਿ ਅਸੀਂ ਇੱਕ ਬੱਚੇ ਨੂੰ ਹੀ ਨਹੀਂ ਪਾਲ ਪਾ ਰਹੇ ਤਾਂ ਦੂਸਰੇ ਬੱਚੇ ਨੂੰ ਕਿੱਥੋਂ ਪਾਲਾਂਗੇ ਜੀ। ਔਰ ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈ ਕਿ ਇਸ ਬੱਚੀ ਨੂੰ ਜਦ ਅਸੀਂ ਸਕੂਲ 'ਚ ਪਾਇਆ ਸੀਗਾ ਉਦੋਂ ਉਸ ਬੱਚੀ ਦਾ ਕੀ ਕਸੂਰ ਹੈ? ਹੁਣ ਕੱਢ ਕੇ ਕਿੱਥੇ ਪਾਵਾਂਗੇ ਜੀ ਅਸੀਂ? ਕਿਆ ਪਿੰਡਾਂ ਦੇ ਸਕੂਲਾਂ 'ਚ, ਕਿਆ ਉੱਥੇ ਅਸੀਂ ਪੰਜਾਬ 'ਚ ਕੀ ਕਰੀ, ਮਤਲਬ ਕੀ ਹੱਲ ਹੈ ਇਹਦਾ? ਆਰਗਨ ਵੇਚਣ ਤੋਂ ਸਿਵਾਏ ਹੋਰ ਕੀ ਹੱਲ ਹੈ? ਇਹ ਸਾਨੂੰ ਦੱਸਿਆ ਜਾਏ ਨਾ ਕਿ ਇੰਨੀਆਂ ਫੀਸਾਂ ਅਸੀਂ ਕਿਸ ਤਰ੍ਹਾਂ ਦਈਏ। ਤੁਸੀਂ ਹੁਣ ਜੇ ਤੁਹਾਡੇ ਕੋਲ ਨੌਕਰੀ ਹੈਗੀ ਇਸ ਸਮੇਂ ਵੀ, ਤੁਸੀਂ ਜਿਸ ਤਰੀਕੇ ਨਾਲ ਕਹਿ ਦਿਓ ਕਿ ਫੀਸ ਨਹੀਂ ਦੇ ਪਾਉਂਦੇ, ਘਰ ਦਾ ਖਰਚਾ ਚਲਾਉਣ ਜੋਗੀ ਤੁਹਾਡੇ ਕੋਲ ਨੌਕਰੀ ਹੈਗੀ ਹੈ? ਨਹੀਂ ਸਰ, ਮੇਰੇ ਕੋਲ ਇਸ ਟਾਈਮ ਕੋਈ ਨੌਕਰੀ ਨਹੀਂ ਹੈਗੀ ਹੈ। ਪਿਛਲੇ 4 ਮਹੀਨਿਆਂ ਤੋਂ ਮੈਂ ਵਿਹਲਾ ਬੈਠਾ ਹੋਇਆ। ਮੇਰੀ ਅਖਬਾਰ 'ਚ ਵੀ ਆ ਚੁੱਕਿਆ, ਮੈਂ ਅਪੀਲ ਕੀਤੀ ਸੀ ਸਕੂਲ ਵਾਲਿਆਂ ਨੂੰ ਕਿ ਵੀ ਕੀ ਕਹਿੰਦੇ ਆਪਣਾ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਵੱਲੋਂ ਉਹਨਾਂ ਨੂੰ ਅਪੀਲ ਪਾਈ ਸੀਗੀ ਕਿ ਮੇਰੀ ਫੀਸ ਮਾਫ ਕੀਤੀ ਜਾਏ, ਲੇਕਿਨ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਉਹਦਾ ਕੁਝ ਨਹੀਂ ਆਇਆ ਜੀ। ਈਵਨ ਸਰਕਾਰ ਨੇ ਕਹਿਤਾ ਕਿ ਟਿਊਸ਼ਨ ਫੀਸ ਦੋਗੇ। ਹੁਣ ਟਿਊਸ਼ਨ ਫੀਸ ਦੇ ਨਾਮ ਦੇ ਉੱਤੇ ਪਹਿਲਾਂ ਕੋਈ ਹੈੱਡ ਹੁੰਦੇ ਸੀਗੇ ਕਿ ਇਹ ਫੀਸ ਹੈਗੀ, ਇਹ ਫੀਸ ਹੈਗੀ, ਹੁਣ ਤਾਂ ਟਿਊਸ਼ਨ ਫੀਸ ਦੇ ਨਾਮ ਤੇ ਇੰਨੀਆਂ ਫੀਸਾਂ ਵਧਾਤੀਆਂ, ਜਿਹੜੀ ਆਮ ਪਹਿਲੇ ਫੀਸਾਂ ਸੀਗੀਆਂ ਉਸ ਤੋਂ ਜ਼ਿਆਦਾ ਟਿਊਸ਼ਨ ਫੀਸ ਹੋ ਗਈ। ਈਵਨ ਜਿੰਨੀ ਵੀ ਫੈਸਿਲਿਟੀ ਸਾਨੂੰ ਦੇ ਰਹੀਆਂ ਸੀ ਉਹਨੂੰ ਮਿਲਾ ਕੇ ਇਸ ਤੋਂ ਘੱਟ ਫੀਸ ਹੁੰਦੀ ਸੀ, ਹੁਣ ਟਿਊਸ਼ਨ ਫੀਸ ਉਸ ਤੋਂ ਵੀ ਜ਼ਿਆਦਾ ਹੋ ਗਈ ਹੈ। ਹੁਣ ਅਸੀਂ ਕੀ ਕਰੀਏ ਸਰ? ਹੁਣ ਸਾਡੇ ਕੋਲ ਕੋਈ ਹੱਲ ਨਹੀਂ ਹੈ, ਜਾਂ ਤਾਂ ਅਸੀਂ ਫਾਂਸੀ ਲਾ ਸਕਦੇ ਹਾਂ ਜਾਂ ਕੋਈ ਆਰਗਨ ਡੋਨੇਟ ਕਰਕੇ ਹੀ ਫੀਸ ਭਰ ਸਕਦੇ ਹਾਂ, ਨਹੀਂ ਤਾਂ ਅਦਰਵਾਈਜ਼ ਇਟ ਇਜ਼ ਇੰਪੋਸੀਬਲ। ਮੇਰੇ ਮਦਰ ਦੀ ਪੈਨਸ਼ਨ ਹੈ, ਉਸ 'ਤੇ ਅਸੀਂ ਜੀਣਾ। ਮੇਰੇ ਕੋਲ ਕੋਈ ਨੌਕਰੀ ਨਹੀਂ ਹੈ। ਮੈਨੂੰ ਇਸ ਟਾਈਮ ਦੇ ਵਿੱਚ ਮਤਲਬ ਕਿ ਮੈਂ ਇੰਨਾ ਜ਼ਿਆਦਾ ਹਰਾਸ ਹੋ ਚੁੱਕਿਆ, ਲੋਕਾਂ ਦੇ ਮੈਂ ਪੈਸੇ ਦੇਣੇ ਆ। ਕੱਲ੍ਹ ਨੂੰ ਅਗਰ ਕੁਝ ਹੁੰਦਾ ਹੈ, ਮੇਰੀ ਥ੍ਰੈਟ ਹੁੰਦਾ ਮੈਨੂੰ ਲਾਈਫ 'ਚ, ਜਾਂ ਮੇਰੇ ਕਰੈਕਟਰ 'ਤੇ ਕੋਈ ਇਲਜ਼ਾਮ ਲਾਉਂਦਾ ਕਿ ਤੁਸੀਂ ਪੈਸੇ ਨਹੀਂ ਦਿੱਤੇ, ਕਿਉਂਕਿ ਵਰਬਲੀ ਹੀ ਲਿੱਤੇ ਹੋਏ ਆ ਪੈਸੇ ਕਿਸੇ ਤੋਂ, ਅਸੀਂ ਉਹਨਾਂ ਨੇ ਤਾਂ ਦਿੱਤੇ ਨਹੀਂ ਹੋਏ, ਲੇਕਿਨ ਪ੍ਰੈਸ਼ਰ ਇੰਨਾ ਹੁੰਦਾ ਕਿ ਲੋਕੀ ਹੁਣ ਧਮਕੀਆਂ, ਹੁਣ ਤਾਂ ਯਾਰਾਂ ਦੋਸਤਾਂ ਨੂੰ ਫਿਰ ਵੀ ਸਮਝਾਇਆ ਕਿ ਅਸੀਂ ਕਰ ਲਾਂਗੇ, ਲੇਕਿਨ ਕੁਝ ਐਸੇ ਵੀ ਜਗ੍ਹਾਵਾਂ ਤੋਂ ਪੈਸੇ ਲਿੱਤੇ ਹੋਏ ਜਿੱਥੇ ਕਾਨੂੰਨ ਕਹਿੰਦਾ ਕਿ 70% ਹੁਣ ਦੇ ਦਿਓ ਜਾਂ 3 ਮਹੀਨੇ ਵਾਸਤੇ ਰੁਕ ਜਾਓ। ਕਿਆ ਉਹ 3 ਮਹੀਨੇ ਵਾਸਤੇ ਰੁਕਣ ਤੋਂ ਬਾਅਦ ਅਸੀਂ ਨਹੀਂ ਦੇਣੀ? 3 ਮਹੀਨੇ ਤੋਂ ਬਾਅਦ ਤਾਂ ਹੋਰ ਵੱਧ ਗਿਆ ਨਾ ਜੀ। ਅਗਰ ਕਹਿਣਗੇ ਵਿਆਜ ਸਮੇਤ ਲੈਂਦੇ ਆ ਤਾਂ ਵਿਆਜ ਹੋਰ ਵੱਧ ਗਿਆ, ਵਿਆਜ ਤੇ ਵਿਆਜ ਪਏਗਾ ਜੀ, ਉਹ ਤਾਂ ਹੋਰ ਬੰਦਿਸ਼ ਹੋ ਗਈ ਨਾ। ਬੰਦੇ ਨੇ 3 ਮਹੀਨੇ ਅਗਰ ਰੋਕੀ ਤਾਂ ਇਹਦਾ ਮਤਲਬ ਕਿ ਦੁਗਣੀ ਤੋਂ ਤਿਗਣੇ ਦਊਗਾ, ਉਹ ਫਿਰ ਕਿੱਥੋਂ ਦੇਵੇਗਾ ਜੀ? ਉਹ ਤਾਂ ਇਹੀ ਹੋ ਸਕਦਾ ਕਿ ਕੋਈ ਕਾਨੂੰਨ ਐਸਾ ਪਾਸ ਕੀਤਾ ਜਾਏ ਜਿਹਦੇ ਅੰਦਰ ਅਸੀਂ ਆਪਣਾ ਆਰਗਨ ਵੇਚ ਦਈਏ ਤੇ ਉਹਨਾਂ ਨੂੰ, ਕਿਉਂਕਿ ਲਏਗਾ ਵੀ ਕੋਈ ਨਹੀਂ, ਕਿਉਂਕਿ ਜਦ ਤੱਕ ਕਾਨੂੰਨ ਨਹੀਂ ਸਾਨੂੰ ਪਰਮਿਸ਼ਨ ਦੇਗਾ ਤਦ ਤੱਕ ਕੌਣ ਖਰੀਦੇਗਾ ਤੇ ਕੌਣ ਵੇਚੇਗਾ? ਇਹੀ ਅਪੀਲ ਹੈ ਔਰ ਮੋਦੀ ਸਾਹਿਬ ਨੂੰ ਇਹੀ ਅਪੀਲ ਹੈ ਕਿ ਸਕੂਲ ਦੀਆਂ ਫੀਸਾਂ ਘੱਟ ਕੀਤੀਆਂ ਜਾਣ, ਉਸ ਹਿਸਾਬ ਨਾਲ ਘੱਟ ਕੀਤੀਆਂ ਜਾਣ ਕਿ ਇੱਕ ਮਿਡਲ ਕਲਾਸ ਪੇਰੈਂਟਸ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਪੜ੍ਹਾ ਸਕੇ, ਚੰਗੇ ਸਕੂਲਾਂ 'ਚ ਪੜ੍ਹਾ ਸਕੇ। ਜਿਸ ਤਰੀਕੇ ਨਾਲ ਤੁਸੀਂ ਹੁਣ ਕਿਹਾ ਕਿ ਤੁਸੀਂ ਆਪਣਾ ਕੋਈ ਆਰਗਨ ਜਾਂ ਪਾਰਟਸ ਵੇਚਣ ਲਈ ਸਰਕਾਰ ਹੁਣ ਲੈਟਰ ਲਿਖਿਆ ਵੀ ਅਸੀਂ ਪਰਮਿਸ਼ਨ ਦਿੱਤੀ ਜਾਵੇ, ਹੁਣ ਜੇ ਸਕੂਲ ਵਾਲੇ ਜਿਸ ਤਰੀਕੇ ਨਾਲ ਕਿਹਾ ਵੀ ਫੀਸਾਂ ਜਿਹੜੀਆਂ ਲੈ ਰਹੇ ਨੇ, ਤੁਸੀਂ ਪਹਿਲਾਂ ਵੀ ਕਦੇ ਸਕੂਲ ਵਾਲਿਆਂ ਦੇ ਕਲੇਮ ਕੀਤਾ ਕੋਈ, ਜਾਂ ਸਕੂਲ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਫੀਸਾਂ ਬਹੁਤ ਜ਼ਿਆਦਾ ਹੈਗੀਆਂ ਨੇ, ਫੀਸ ਸਾਡੀ ਮਾਫ ਕੀਤੀ ਜਾਵੇ, ਜਾਂ ਕੋਈ ਅੱਧੀ ਫੀਸ ਕੀਤੀ ਜਾਵੇ ਜਾਂ ਘੱਟ ਕੀਤੀ ਜਾਵੇ? ਉਹ ਕਿੰਨੇ % ਜਿਹੜੀ ਸਕੂਲ ਦੀ ਫੀਸ ਹੈਗੀ ਹੈ ਵੱਧਦੀ ਜਾ ਰਹੀ ਹੈ ਸਾਲ ਬੇ ਸਾਲ? ਸਰ, ਇਹ ਅਸੀਂ ਪਿਛਲੇ 6 ਸਾਲ ਤੋਂ ਕੋਰਟ ਦੇ ਵਿੱਚ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਥਰੂ ਕੇਸ ਕੀਤਾ ਹੋਇਆ। ਉਹਦੇ ਵਿੱਚ ਕਈ ਵਾਰੀ ਪਹਿਲੇ ਸਾਨੂੰ ਵਕੀਲਾਂ ਦੀ ਫੀਸ ਵੀ ਦੇਣੀ ਪੈ ਰਹੀ ਸੀਗੀ, ਫਿਰ ਸਕੂਲ ਦੇ ਵਿੱਚੋਂ ਉਹਨਾਂ ਨੇ ਸਾਨੂੰ ਸਰਕਾਰ ਨੇ ਕਿਹਾ ਕਿ ਤੁਸੀਂ ਵਕੀਲ ਲੈ ਸਕਦੇ ਹੋ। ਉਹ ਉਸ ਟਾਈਮ ਮੇਰੇ ਕੋਲ ਜੌਬ ਸੀਗੀ, ਅੱਜ ਤੋਂ 4-5 ਸਾਲ ਪਹਿਲੇ, ਤਾਂ ਉਹ ਕਾਨੂੰਨ ਨਹੀਂ ਬਣਦਾ ਸੀ ਕਿ ਮੈਨੂੰ ਮਿਲੇ। ਮੇਰੀ ਵਾਈਫ ਨੂੰ ਵਕੀਲ ਮਿਲਿਆ, ਮੇਰੀ ਵਾਈਫ ਨੇ ਉਹਦੇ ਥਰੂ ਪਰਸਿਊ ਕੀਤਾ। ਮੈਂ ਇੱਕ ਪ੍ਰਾਈਵੇਟ ਵਕੀਲ ਕੀਤਾ ਜੀ, ਉਹਦੇ ਵੀ ਅਸੀਂ ਪੈਸੇ ਭਰਦੇ ਰਹੇ। ਲੇਕਿਨ ਲਗਾਤਾਰ ਅਗਰ ਆਪਾਂ ਪੇਰੈਂਟ ਐਸੋਸੀਏਸ਼ਨ ਦੇ ਕੋਲ ਜਾਵਾਂਗੇ, ਉਹਨਾਂ ਕੋਲ ਔਰ ਮੇਰੇ ਕੋਲ ਐਸੇ ਸਾਰੇ ਇੰਨੇ ਬੜੀ ਪੂਰੀ ਫਾਈਲ ਪਈ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਆਥੈਂਟਿਕਲੀ ਕਿ ਅਸੀਂ ਕਿੰਨੀ ਦੇਰ ਤੋਂ ਸਕੂਲਾਂ ਨੂੰ ਕਹਿ ਰਹੇ ਹਾਂ, ਲੇਕਿਨ ਉਹਨਾਂ ਨੇ ਘਟਾਉਣ ਦੀ ਬਜਾਏ ਵਧਾਈਆਂ ਹੀ ਹੈ। ਕੋਈ ਘਟਾਉਣ ਦਾ ਸਾਨੂੰ ਕੁਝ ਦਿਖਿਆ ਨਹੀਂ, ਨਾ ਸਾਡੇ ਕੋਲ ਕੋਈ ਔਪਚਾਰਿਕ ਲੈਟਰ ਆਈ ਜਾਂ ਕੁਛ ਆਇਆ। ਹਰ ਸਾਲ ਵੱਧਦੀ ਹੀ ਗਈ ਹੈ ਟਿਊਸ਼ਨ ਫੀਸ ਦੇ ਨਾਮ ਤੇ। ਹੁਣ ਉਹਨਾਂ ਨੇ ਬਾਕੀ ਹੈੱਡ ਵੀ ਬੰਦ ਕਰਕੇ ਸਿਰਫ ਇੱਕ ਟਿਊਸ਼ਨ ਫੀਸ ਕਹਿ ਕੇ ਉਹ ਉਸ ਫੀਸ ਤੋਂ ਵੀ ਪੈਸੇ ਜ਼ਿਆਦਾ ਲੈ ਰਹੇ ਨੇ ਜਿਹੜੇ ਕਿ ਬਾਕੀ ਹੈੱਡਸ ਦੇ ਨਾਲ ਪੈਸੇ ਲੈਂਦੇ ਸੀਗੇ ਸਰ।
ਤੁਸੀਂ ਜਿਸ ਤਰੀਕੇ ਨਾਲ ਤੁਹਾਡੇ ਹਸਬੰਡ ਨੇ ਗੱਲ ਕਹੀ ਹੈ ਕਿ organ ਵੇਚ ਕੇ ਪਾਰਟਸ ਵੇਚ ਕੇ ਮਨਜ਼ੂਰੀ ਮੰਗਦੇ ਨੇ ਵੀ ਮੈਂ ਕੋਈ ਆਪਣੀ ਚੀਜ਼ ਡੋਨੇਟ ਕਰਦਾ ਬੋਡੀ ਦੇ ਪਾਰਟ ਵਿੱਚੋਂ ਤਾਂ ਉਸ ਤੋਂ ਬਾਅਦ ਜਿਹੜਾ ਉਹ ਫੀਸ ਭਰੀ ਜਾਵੇ, ਜਿਸ ਤਰੀਕੇ ਨਾਲ ਇਹਨੇ ਲੈਟਰ ਲਿਖੀ ਤੁਸੀਂ ਸਹਿਮਤ ਹੋ ਇਹਨਾਂ ਨਾਲ? ਸਰ ਮੈਂ ਸਹਿਮਤ ਇਸ ਲਈ ਹਾਂ ਕਿਉਂਕਿ ਅਗਰ ਕਾਨੂੰਨ ਪਾਸ ਕਰਦੀ ਹੈ ਗਵਰਨਮੈਂਟ, ਕੋਈ ਇਦਾਂ ਦਾ ਕਾਨੂੰਨ ਪਾਸ ਕਰਦੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਪੜ੍ਹਾਉਣਾ ਹੈ ਅੱਗੇ, ਸਾਡੇ ਕੋਲ ਫੀਸਾਂ ਨਹੀਂ ਹੈਗੀਆਂ ਜਾਂ ਸਾਡੇ ਕੋਲ ਕੋਈ ਆਮਦਨ ਦਾ ਸੋਰਸ ਨਹੀਂ ਹੈਗਾ, ਤਾਂ ਸਾਡੇ ਕੋਲ ਹੋਰ ਕੋਈ ਜ਼ਰੀਆ ਨਹੀਂ ਬਚਦਾ। ਇਸ ਲਈ ਮੈਂ ਸਹਿਮਤ ਹੋਈ ਹਾਂ ਕਿ ਉਹ ਘੱਟੋ ਘੱਟ ਅਸੀਂ ਆਪਣਾ ਕੋਈ ਆਰਗਨ ਵੇਚ ਕੇ ਅਸੀਂ ਆਪਣੇ ਬੱਚੇ ਨੂੰ ਅੱਗੇ ਪੜ੍ਹਾ ਤਾਂ ਸਕਾਂਗੇ। ਬਸ ਇਸੇ ਲਈ ਮੈਂ ਐਗਰੀ ਹਾਂ, ਨਹੀਂ ਤਾਂ ਅਗਰ ਕਾਨੂੰਨ ਨਹੀਂ ਬਣਦਾ ਤਾਂ ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਤੁਹਾਨੂੰ ਜ਼ਿਆਦਾ ਮਜਬੂਰੀ ਕੀ ਹੈ ਜੇ ਅਸੀਂ ਇੱਕ ਕਿਡਨੀ ਡੋਨੇਟ ਕਰਨ ਦੀ ਗੱਲ ਕਰਦੇ ਨੇ ਜਾਂ ਕੋਈ ਹੋਰ ਪਾਰਟ ਡੋਨੇਟ ਕਰਨ ਦੀ ਗੱਲ ਕਰਦੇ ਨੇ, ਤੁਹਾਨੂੰ ਕੀ ਲੱਗਦਾ ਕਿ ਮਜਬੂਰੀ ਕਿਸ ਚੀਜ਼ ਨੂੰ ਲੈ ਕੇ ਜ਼ਿਆਦਾ ਹੈਗੀ ਹੈ? ਵੀ ਤੁਹਾਨੂੰ ਪੈਸੇ ਦੀ ਲੋੜ ਹੈਗੀ ਹੈ, ਪੈਸੇ ਮਕਾਨ ਵਾਸਤੇ ਚਾਹੀਦੇ ਨੇ, ਬੱਚੇ ਦੀ ਸਕੂਲ ਫੀਸ ਵਾਸਤੇ ਚਾਹੀਦੇ ਨੇ, ਕਿਸ ਵਾਸਤੇ ਚਾਹੀਦੇ ਨੇ? ਸਿਰਫ ਸਾਨੂੰ ਸਕੂਲਾਂ ਨੇ ਜਿਹੜੀਆਂ ਫੀਸਾਂ ਬਹੁਤ ਜ਼ਿਆਦਾ 10% 8% ਦੇ ਦਿਖਾ ਕੇ ਆਈ ਵਾਸ਼ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਵਧਾਈਆਂ ਹੈ, ਉਸ ਨੂੰ ਘਟਾਉਣ ਵਾਸਤੇ ਹੀ ਅਸੀਂ ਅਪੀਲ ਕਰ ਰਹੇ ਹਾਂ। ਹੋਰ ਕਿਸੇ ਗੱਲ ਦੀ ਸਾਨੂੰ ਕੋਈ ਦਿੱਕਤ ਨਹੀਂ ਹੈ, ਸਿਰਫ ਇਹੀ ਹੈ ਕਿ ਇੰਨੀਆਂ ਫੀਸਾਂ ਜ਼ਿਆਦਾ ਹੋਣ ਕਰਕੇ ਜਿਹੜੇ ਮਿਡਲ ਕਲਾਸ ਪੇਰੈਂਟਸ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਪਾ ਰਿਹਾ। ਔਰ ਮੇਰਾ ਇੱਕ ਹੋਰ ਸਵਾਲ ਹੈ, ਜਿਸ ਤਰੀਕੇ ਨਾਲ ਹੁਣ ਇਹਨਾਂ ਨੇ ਕਿਹਾ ਕਿ ਠੀਕ ਹੈ ਵੀ ਹੁਣ ਫੀਸਾਂ ਦੇਣ ਲਈ ਸਾਡੇ ਕੋਲ ਵੀ ਪੈਸੇ ਨਹੀਂ ਹੈਗੇ, ਤੁਸੀਂ ਆਰਗਨ ਡੋਨੇਟ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਵੀ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੋਊਗਾ? ਜਿਸ ਤਰੀਕੇ ਨਾਲ ਹੁਣ ਫੀਸਾਂ ਮੰਗਦੇ ਨੇ, ਸਕੂਲ ਵਾਲੇ ਕਹਿ ਰਹੇ ਨੇ 70% ਦੀ ਗੱਲ ਹੋਈ ਸੀ, ਹੁਣ ਅੱਗੇ ਜਾ ਕੇ ਕੇਸ ਲੱਗੇ ਹੋਏ ਨੇ, 70% ਨੇ ਕੋਰਟ ਨੇ ਕਹਿ ਦਿੱਤਾ ਵੀ ਫੀਸ ਤੁਸੀਂ ਦੇਣੀ ਹੈ। ਜੇ ਇਸ ਤਰੀਕੇ ਦਾ ਲਾਅ ਪਾਸ ਹੋ ਜਾਂਦਾ, ਫਿਰ ਤੁਸੀਂ ਜੇ ਫੀਸ ਨਹੀਂ ਦਿੱਤੀ, ਤੁਹਾਡੇ ਬੱਚੇ ਦਾ ਨਾਮ ਕੱਟਿਆ ਜਾਂਦਾ, ਫਿਰ ਜ਼ਿੰਮੇਵਾਰ ਕੌਣ ਹੋਊਗਾ? ਸਰ ਉਹਦੀ ਜ਼ਿੰਮੇਦਾਰ ਸਰਕਾਰ ਹੋਏਗੀ, ਸਕੂਲ ਵਾਲੇ ਹੋਣਗੇ, ਐਡਮਿਨਿਸਟ੍ਰੇਸ਼ਨ ਹੀ ਹੋਏਗੀ। ਅਗਰ ਕੱਲ ਨੂੰ ਮੈਨੂੰ ਹੁੰਦਾ ਮੈਂ ਆਪਣੀ ਬੱਚੀ ਦੇ ਸਾਹਮਣੇ ਨਜ਼ਰ ਨਹੀਂ ਮਿਲਾ ਪਾਇਆ ਤੇ ਮੈਂ ਆਪਣੀ ਬੱਚੀ ਨੂੰ ਅਗਰ ਮੈਂ ਉਹਨੂੰ ਨਹੀਂ ਦੇਖ ਪਾਇਆ, ਅਗਰ ਕੱਲ ਨੂੰ ਮੈਨੂੰ ਪੁੱਛੇਗੀ ਕਿ ਹਾਂਜੀ ਪਾਪਾ ਕਿਆ ਹੁਆ, ਤਾਂ ਮੈਂ ਉਹਨੂੰ ਇਹ ਆਨਸਰ ਨਹੀਂ ਦੇ ਪਾਇਆ ਤਾਂ ਮੈਂ ਆਤਮ ਹੱਤਿਆ ਕਰ ਲੂँਗਾ, ਮੈਂ ਜ਼ਹਿਰ ਖਾ ਲੂँਗਾ ਜਾਂ ਕੁਝ ਨਾ ਕੁਝ ਐਸਾ ਕਰ ਲੂँਗਾ। ਇਹਦੀ ਜ਼ਿੰਮੇਵਾਰੀ ਸਾਰੀ ਸਕੂਲ ਤੇ ਜਾਏਗੀ, ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਤੇ ਜਾਏਗੀ, ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਤੇ ਜਾਏਗੀ। ਕਿਉਂਕਿ ਪਿਛਲੇ 5 ਸਾਲ ਤੋਂ ਮੈਂ ਵਕੀਲਾਂ ਨੂੰ ਵੀ ਪੈਸੇ ਦੇ ਕੇ ਥੱਕ ਗਿਆ, ਸਭ ਕੁਝ ਕਰਨ ਤੋਂ ਥੱਕ ਗਿਆ। ਜਿੰਨਾ ਮੇਰਾ ਇੱਕ ਪਾਸੇ ਖਰਚਾ ਹੈਗਾ ਪੂਰੀ ਫੈਮਿਲੀ ਦਾ, 5 ਬੰਦਿਆਂ ਦਾ ਮੈਡੀਕਲ ਦਾ ਖਰਚਾ ਜਿੰਨਾ ਹੈਗਾ, ਉਹਨਾਂ ਇਸ ਬੱਚੇ ਦਾ ਖਰਚਾ ਹੈਗਾ। ਇੱਕ ਬੱਚਾ ਐਡਾ ਵੱਡਾ ਬ੍ਰਾਂਡ ਹੋ ਗਿਆ, ਅਗਰ ਇਹੀ ਪੈਸੇ ਮੈਂ ਬੱਚੇ ਦੇ ਨਾਲ ਲਾ ਕੇ ਕੋਈ ਬ੍ਰਾਂਡ ਬਣਾਇਆ ਹੁੰਦਾ, ਅੱਜ ਤੱਕ ਤਾਂ ਮੈਂ ਕੁਝ ਹੋਰ ਬਿਜ਼ਨਸਮੈਨ ਬਣ ਚੁੱਕਿਆ ਹੁੰਦਾ। ਅੱਜ ਮੇਰੀ ਇਹ ਹਾਲਤ ਥੋੜ੍ਹੀ ਨਹੀਂ ਹੋਣੀ ਸੀਗੀ ਕਿ ਮੈਂ ਆਤਮ ਹੱਤਿਆ ਕਰਨ ਤੇ ਮਜਬੂਰ ਹੁੰਦਾ ਜਾਂ ਮੈਂ ਆਪਣੀ ਕੁੜੀ ਦੇ ਨਜ਼ਰਾਂ ਮਿਲਾਉਣ ਦੇ ਕਾਬਿਲ ਨਾ ਹੁੰਦਾ। ਜੇ ਮੈਂ ਕਾਬਿਲ ਨਹੀਂ ਰਿਹਾ ਤਾਂ ਇਹਦਾ ਸਿੱਧਾ ਜਿਹੜਾ ਹੈਗਾ ਉਹ ਸਰਕਾਰ ਹੀ ਜ਼ਿੰਮੇਵਾਰ ਹੋਏਗੀ, ਐਡਮਿਨਿਸਟ੍ਰੇਸ਼ਨ ਹੀ ਜ਼ਿੰਮੇਵਾਰ ਹੋਏਗੀ ਔਰ ਸਕੂਲ ਹੀ ਜ਼ਿੰਮੇਵਾਰ ਹੋਏਗਾ। ਜੋ ਡਿਸਕ੍ਰਿਮੀਨੇਸ਼ਨ ਪੈਦਾ ਕਰ ਰਿਹਾ ਮੇਰੇ ਬੱਚੇ ਦੇ ਵਿੱਚ, ਉਹ ਮੈਂ ਨਹੀਂ ਦੇਖ ਪਾਵਾਂਗਾ। ਤਾਂ ਫਿਰ ਮੇਰਾ ਲਾਸਟ ਅਲਟਰਨੇਟਿਵ ਹੈ ਕਿ ਜਾਂ ਤਾਂ ਕਾਨੂੰਨ ਪਾਸ ਕੀਤਾ ਜਾਏ ਜਾਂ ਤਾਂ ਮੈਂ ਕੋਈ ਕਿਡਨੀ ਵੇਚਾਂ ਜਾਂ ਕੋਈ ਆਰਗਨ ਵੇਚਾਂ। ਨਹੀਂ, ਅਗਰ ਕਾਨੂੰਨ ਪਾਸ ਹੁੰਦਾ ਇਹੋ ਜਿਹਾ ਤਾਂ ਫਿਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਮੈਂ ਆਪਣੀ ਬੱਚੀ ਨੂੰ ਅਗਰ ਨਹੀਂ ਅੱਖਾਂ ਮਿਲਾ ਪਾਇਆ ਤਾਂ ਮੈਂ ਆਤਮ ਹੱਤਿਆ ਕਰ ਲੂँਗਾ ਜਾਂ ਜ਼ਹਿਰ ਖਾਊਂਗਾ। ਹੋਰ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਹੈ। ਹੋਰ ਤਾਂ ਹੀ ਤਾਂ ਮੈਂ ਮੰਗ ਰਿਹਾ ਜੀ, ਤਾਂ ਹੀ ਤਾਂ ਅਪੀਲ ਕਰ ਰਿਹਾ ਸਰਕਾਰ ਨੂੰ। ਔਰ ਲੇਬਰ ਗਵਰਨਰ ਸਾਹਿਬ ਨੂੰ ਮੈਂ ਲਿਖ ਕੇ ਭੇਜਿਆ ਹੈ, ਮੇਰੇ ਕੋਲ ਨੌਕਰੀ ਨਹੀਂ ਹੈਗੀ ਹੈ, ਫਿਰ ਤਾਂ ਹੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਮੇਰੇ ਬਾਰੇ ਸੋਚਿਆ ਜਾਂ ਮੇਰੇ ਬਾਰੇ ਕੀ ਹੋਰ ਪੇਰੈਂਟਸ ਨਹੀਂ ਹੈ? ਕਿਆ ਹੋਰ ਪੇਰੈਂਟਸ ਬਾਹਰ ਨਹੀਂ ਆ ਰਹੇ? ਕਿਆ ਹੋਰ ਪੇਰੈਂਟਸ ਕੀ ਕਰਨਗੇ ਜਿਨ੍ਹਾਂ ਦੇ ਬੱਚਿਆਂ ਨੂੰ ਨਹੀਂ ਪੜ੍ਹਾਇਆ ਜਾ ਰਿਹਾ, ਜਿਨ੍ਹਾਂ ਦੇ 2-2 3-3 ਬੱਚੇ ਹੈਗੇ ਆ? ਕਿਆ ਉਹ ਇੱਕ ਨੂੰ ਸੇਂਟ ਜੋਸਫ ਕਿਆ ਕਿਸੇ ਪ੍ਰਾਈਵੇਟ ਸਕੂਲ 'ਚ ਪਾਵੇ ਤੇ ਬਾਕੀ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪਾਵੇ? ਕਿਆ 3 ਬੱਚੇ ਹੋ ਗਏ ਜਾਂ 2 ਬੱਚੇ ਹੋ ਗਏ, ਕਿਆ ਕਾਨੂੰਨ ਪਾਸ ਹੈ ਕਿ ਸਿਰਫ 2 ਹੀ ਬੱਚੇ ਪੈਦਾ ਹੋਣਗੇ? ਕਿ ਅਗਰ 2 ਬੱਚੇ ਪੈਦਾ ਹੋਣਗੇ ਤਾਂ ਅਗਰ 2 ਬੱਚਿਆਂ ਨੂੰ ਇੱਕੋ ਸਕੂਲ ਦੇ ਵਿੱਚ ਐਡਮਿਸ਼ਨ ਮਿਲ ਜਾਏਗੀ? ਨਹੀਂ, ਕਿਉਂਕਿ ਇੰਨੇ ਪੈਸਾ ਨਹੀਂ, ਆਮ ਬੰਦਾ ਨਹੀਂ ਚੁਕਾ ਸਕਦਾ ਇੰਨਾ ਪੈਸਾ। ਇੱਕ ਤਰਫ ਪੂਰੀ ਫੈਮਿਲੀ ਦਾ ਖਰਚਾ, ਇੱਕ ਤਰਫ ਸਕੂਲ ਦਾ ਖਰਚਾ। ਇਹ ਕਿੱਦਾਂ ਇਟ ਇਜ਼ ਪੋਸੀਬਲ ਕਿ ਬੰਦਾ ਇੱਕ ਪਾਸੇ ਫੈਮਿਲੀ ਪਾਲੇਗਾ ਜਾਂ ਇੱਕ ਬੱਚੇ ਨੂੰ ਪਾਲੇਗਾ? ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਜੀ ਕਿ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ, ਪੇਰੈਂਟ ਟੀਚਰ ਐਸੋਸੀਏਸ਼ਨ ਨੂੰ, ਪੇਰੈਂਟਸ ਐਸੋਸੀਏਸ਼ਨ ਨੂੰ, ਹਰ ਇੱਕ ਨੂੰ ਇਹੀ ਬੇਨਤੀ ਹੈ ਕਿ ਸਕੂਲਾਂ ਦੀ ਫੀਸ ਮਾਫ ਕੀਤੀ ਜਾਏ। ਸਾਨੂੰ ਜਿਹੜੇ ਬੱਚੇ 5 ਮਹੀਨੇ ਸਕੂਲ ਹੀ ਨਹੀਂ ਗਏ ਹੈ, ਘੱਟੋ ਘੱਟ ਉਹਦੀ ਸਕੂਲ ਤਾਂ ਮਾਫ ਕੀਤੀ ਜਾਏ। ਮਾਰਚ ਤੱਕ ਅਸੀਂ ਫੀਸ ਦੇ ਚੁੱਕੇ ਹਾਂ, ਅਪ੍ਰੈਲ 'ਚ ਬੱਚਾ ਗਿਆ ਨਹੀਂ ਕਰੋਨਾ ਵਾਇਰਸ ਕਾਰਨ, ਅਪ੍ਰੈਲ ਮਈ ਜੂਨ ਦੇ ਵਿੱਚ ਬੱਚਾ ਗਿਆ ਨਹੀਂ ਹੈ। ਉਸ ਤੋਂ ਬਾਅਦ ਜੂਨ ਜੁਲਾਈ ਅਗਸਤ ਤੱਕ ਦੀਆਂ ਛੁੱਟੀਆਂ ਕਰਤੀਆਂ ਗਈਆਂ, 5 ਮਹੀਨੇ ਤਾਂ ਬੱਚਾ ਸਕੂਲ ਹੀ ਨਹੀਂ ਗਿਆ। ਬੱਚੇ ਦੀਆਂ ਸਾਡੀਆਂ ਅੱਖਾਂ ਸੁੱਜ ਗਈਆਂ, ਆਨਲਾਈਨ ਇਹਨਾਂ ਨੇ ਕਲਾਸ ਕੀਤੀ। ਸਾਡੇ ਕੋਲ ਇੰਨੇ ਡਾਟਾ ਵਾਸਤੇ ਪੈਸੇ ਨਹੀਂ ਹੈਗੇ ਕਿ 1.5 GB ਪਰ 2-3 GB ਦੇ ਵਿੱਚੋਂ 2.5 GB ਡਾਟਾ ਲੱਗ ਜਾਂਦਾ। 1000 ਰੁਪਏ ਸਾਡਾ ਮੋਬਾਈਲ ਦਾ ਖਰਚਾ ਆ ਰਿਹਾ 15-15 ਦਿਨ ਦਾ। ਸਰ ਹਾਊ ਕੈਨ ਵੀ ਅਫੋਰਡ? ਕਿਸ ਤਰ੍ਹਾਂ ਅਫੋਰਡ ਕਰਾਂਗੇ ਅਸੀਂ ਇਹ ਅਨਨੈਸੈਸਰੀਲੀ ਜਿਹੜੀਆਂ ਸਾਡੇ ਤੇ ਐਸੈਸਰੀਜ਼ ਥੋਪੀਆਂ ਜਾ ਰਹੀਆਂ ਜੀ? ਇਹ ਤਾਂ ਟੋਟਲੀ ਆਈ ਵਾਸ਼ ਹੋਇਆ ਨਾ ਜੀ। ਮੇਰੇ ਇੱਕ ਆਖਰੀ ਸਵਾਲ ਤੁਹਾਨੂੰ ਇਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਇਹ ਭਾਵੁਕ ਹੋ ਕੇ ਗੱਲ ਕਰਦੇ ਨੇ ਕਿ ਫੀਸ ਜਿਹੜੀ ਹੈ ਸਾਡੇ ਕੋਲ ਪੈਸੇ ਦੇਣ ਵਾਸਤੇ ਪੈਸੇ ਨਹੀਂ ਹੈਗੇ, ਫਿਰ ਅਸੀਂ ਫੀਸ ਜਮ੍ਹਾਂ ਕਰਵਾਈਏ, ਤਾਂ ਲੱਗਦਾ ਫਿਰ ਪ੍ਰਾਈਵੇਟ ਸਕੂਲਾਂ ਨੂੰ ਇੱਥੇ ਸੋਚਣਾ ਪੈਣਾ। ਜੇ ਪ੍ਰਾਈਵੇਟ ਸਕੂਲ ਨੇ ਇੱਦਾਂ ਨਾ ਸੋਚਿਆ, ਤੁਸੀਂ ਬੱਚੇ ਦਾ ਨਾਮ ਕਟਾ ਕੇ ਜੇ ਪਾਓਗੇ ਸਕੂਲ ਕਿਹੜੇ ਵੀ ਪਾਓਗੇ ਉੱਥੇ?
ਸਾਡੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੈ ਜੀ। ਅਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਚੋਂ ਕਟਾ ਕੇ ਫਿਰ ਸਰਕਾਰੀ ਸਕੂਲ 'ਚ ਕਿੱਥੇ ਪਾਵਾਂਗੇ? ਔਰ ਸਾਨੂੰ ਉਮੀਦ ਹੀ ਨਹੀਂ ਹੈਗੀ ਸਰਕਾਰੀ ਸਕੂਲਾਂ ਤੋਂ ਕਿ ਇੰਨਾ ਜ਼ਿਆਦਾ ਉੱਥੇ ਫੈਸਿਲਿਟੀਜ਼ ਹੈਗੀਆਂ ਜਾਂ ਕੁਛ ਨਹੀਂ ਹੈਗੀਆਂ। ਪਰ ਫੀਸਾਂ ਉੱਥੇ ਵੀ ਹੈਗੀਆਂ, ਪਰ ਉੱਥੇ ਬੱਚਿਆਂ 'ਤੇ ਕੋਈ ਇੰਨਾ ਜ਼ਿਆਦਾ ਧਿਆਨ ਦੇਣ ਵਾਲਾ ਹੈ ਸਾਨੂੰ ਨਹੀਂ ਲੱਗਦਾ ਹੈਗਾ। ਔਰ ਬੱਚੇ ਦੇ ਅੰਦਰ ਡੀਮੋਰਲਾਈਜੇਸ਼ਨ ਹੋ ਜਾਏਗੀ ਕਿ ਮੈਨੂੰ ਪ੍ਰਾਈਵੇਟ ਸਕੂਲ ਚੋਂ ਕੱਢ ਕੇ ਜਾਂ ਮੈਨੂੰ ਆਪਣੇ ਸਰਕਲ ਚੋਂ ਕੱਢ ਕੇ ਮੈਨੂੰ ਦੂਜੇ ਸਰਕਲ 'ਚ ਪਾਇਆ ਜਾ ਰਿਹਾ ਸਿਰਫ ਇਸ ਕਰਕੇ ਕਿ ਮੇਰੇ ਪੇਰੈਂਟਸ ਕੋਲ ਫੀਸਾਂ ਨਹੀਂ ਹੈਗੀਆਂ। ਜਦ ਕਿ ਸਾਨੂੰ ਸਰਕਾਰੀ ਸਕੂਲ 'ਚ ਵੀ ਫੈਸਿਲਿਟੀਜ਼ ਤਾਂ ਬਹੁਤ ਮਿਲ ਰਹੀਆਂ, ਲੇਕਿਨ ਬੱਚੇ ਦਾ ਇੱਕ ਲੀਨ ਬਣਿਆ ਹੁੰਦਾ, ਉਹਨੂੰ ਪੜ੍ਹਨ ਦੀ ਇੱਕ ਬਣੀ ਹੁੰਦੀ ਹੈ ਕਿ ਇੱਥੇ ਮੇਰੇ ਫਰੈਂਡਸ ਹੈ, ਮੈਂ ਇੱਥੇ ਪੜ੍ਹ ਰਿਹਾ ਸੀ, ਹੁਣ ਇੱਥੇ ਪੜ੍ਹਨ ਤੋਂ ਬਾਅਦ ਮੈਂ ਇੱਕਦਮ ਨੀਚੇ ਆ ਗਿਆ ਔਰ ਇੱਕਦਮ ਮੈਨੂੰ ਬੱਚਾ ਹੀ ਡੀਮੋਰਲਾਈਜ਼ ਹੋ ਜਾਏਗਾ ਤਾਂ ਉਹ ਅੱਗੇ ਕੀ ਪੜ੍ਹੇਗਾ? ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜਿਸ ਤਰੀਕੇ ਨਾਲ ਸਾਰਾ ਇਹ ਹੁਣ ਤੁਹਾਡੇ ਕੋਲ ਨੌਕਰੀ ਨਹੀਂ ਹੈਗੀ, ਤੁਹਾਡੇ ਘਰ ਵਾਲੇ ਕੋਲ ਪੈਸੇ ਨਹੀਂ ਹੈਗੇ, ਕਿਰਾਇਆ ਦੇਣ ਵਾਸਤੇ ਜਿਵੇਂ ਕਹਿੰਦੇ ਨੇ ਕਿ ਮਦਦ ਦੀ ਪੈਨਸ਼ਨ ਆਉਂਦੀ ਹੈ ਉਸ ਵਿੱਚ ਕਿਰਾਇਆ ਦਿੰਦੇ ਨੇ, ਫਿਰ ਉਹਨਾਂ ਅੱਗੇ ਜਾ ਕੇ ਇਸ ਚੀਜ਼ ਦਾ ਹੱਲ ਕੀ ਹੈ? ਜੇ ਨੌਕਰੀ ਨਾ ਮਿਲੀ ਫਿਰ ਖਰਚਾ ਕਿੱਦਾਂ ਚੱਲੇਗਾ ਅੱਗੇ? ਇਸੇ ਚੀਜ਼ ਦੀ ਤਾਂ ਅੱਗੇ ਦਿੱਕਤ ਹੈ ਕਿ ਸਾਨੂੰ ਅੱਗੇ ਖਰਚਾ ਕਰਨ ਲਈ ਬਹੁਤ ਦਿੱਕਤਾਂ ਆ ਰਹੀਆਂ। ਅਸੀਂ ਪੇਰੈਂਟਸ ਕੋਲੋਂ ਵੀ ਕਿੰਨੀ ਕੁ ਦੇਰ ਤੱਕ ਲੈਂਦੇ ਰਵਾਂਗੇ ਜਾਂ ਉਹ ਵੀ ਸਾਨੂੰ ਕਿੰਨੀ ਕੁ ਦੇਰ ਤੱਕ ਪਾਲਦੇ ਰਵਾਂਗੇ? ਕੋਈ ਵੀ ਪ੍ਰਾਈਵੇਟ ਫਰਮ 'ਚ ਜਾਓ, 3 ਮਹੀਨੇ ਦੀ ਟੈਨਿਓਰਸ਼ਿਪ ਤੋਂ ਬਾਅਦ ਤੁਹਾਨੂੰ ਜੌਬ ਤੋਂ ਜਵਾਬ ਦੇ ਦਿੰਦਾ ਹੈ। ਕਿਉਂਕਿ ਉਹਨਾਂ ਕੋਲ ਵੀ ਪੈਸੇ ਅੱਗੇ ਕੰਪਨੀਆਂ ਕੋਲ ਹੈ ਨਹੀਂ ਦੇਣ ਨੂੰ। ਲੋਕਡਾਊਨ ਦੇ ਪੀਰੀਅਡ ਦੇ ਵਿੱਚ ਕੋਈ ਅੱਗੇ ਨਿਊ ਜੌਬਸ ਵੀ ਸਾਡੇ ਕੋਲ ਨਹੀਂ ਰਹੀਆਂ। ਮੈਂ ਵੀ ਕੋਈ ਅੱਗੇ ਐਸਾ ਕੋਈ ਕੰਮ ਨਹੀਂ ਕਰ ਸਕਦੀ, ਕੋਈ ਐਸਾ ਬਿਜ਼ਨਸ ਨਹੀਂ ਕਰ ਸਕਦੀ ਜੋ ਘਰ ਤੋਂ ਬੈਠ ਕੇ ਮੈਂ ਚਲਾ ਲਵਾਂ ਜਾਂ ਫਿਰ ਮੈਨੂੰ ਕੋਈ ਗਵਰਨਮੈਂਟ ਕੋਈ ਅੱਗੇ ਕੋਈ ਹੋਰ ਸਹਾਰਾ ਦੇਵੇ। ਲੇਕਿਨ ਅਸੀਂ ਸਿਰਫ ਸਕੂਲਾਂ ਤੋਂ ਅਪੀਲ ਇਹ ਕਰ ਸਕਦੇ ਹਾਂ, ਸਰਕਾਰ ਤੋਂ ਅਪੀਲ ਇਹ ਕਰ ਸਕਦੇ ਹਾਂ, ਗਵਰਨਰ ਤੋਂ ਇਹ ਅਪੀਲ ਕਰ ਸਕਦੇ ਹਾਂ ਕਿ ਸਾਡੇ ਬੱਚੇ ਦੀਆਂ ਫੀਸਾਂ ਥੋੜ੍ਹੀਆਂ ਘੱਟ ਕਰਤੀਆਂ ਜਾਣ ਤਾਂ ਕਿ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲੇ। ਜੇ ਸਕੂਲ ਦੀਆਂ ਫੀਸਾਂ ਘੱਟ ਹੋ ਜਾਂਦੀਆਂ ਜਾਂ ਤੁਹਾਡੀ ਸਰਕਾਰ ਸੁਣ ਲੈਂਦੀ ਹੈ ਜਾਂ ਸਕੂਲ ਵਾਲੇ ਸੁਣ ਲੈਂਦੇ ਨੇ, ਫਿਰ ਤੁਹਾਨੂੰ ਲੱਗਦਾ ਤੁਸੀਂ ਡੋਨੇਟ ਨਹੀਂ ਕਰੋਗੇ ਆਪਣੇ ਬੋਡੀ ਦਾ ਪਾਰਟ ਜਿਵੇਂ ਇਹਨਾਂ ਨੇ ਗਵਰਨਰ ਨੂੰ ਚਿੱਠੀ ਲਿਖ ਕੇ ਕਿਹਾ? ਹਾਂਜੀ ਬਿਲਕੁਲ, ਫਿਰ ਸਾਨੂੰ ਕੀ ਲੋੜ ਹੈ? ਜੇ ਸਾਡੇ ਬੱਚਾ ਅੱਛੇ ਸਕੂਲ 'ਚ ਪੜ੍ਹ ਰਿਹਾ, ਅੱਛੀਆਂ ਫੀਸਾਂ ਠੀਕ ਫੀਸ ਨਾਲ ਪੜ੍ਹ ਰਿਹਾ, ਜੇ ਅਸੀਂ ਆਪਣੇ ਘਰ ਦਾ ਖਰਚਾ ਵੀ ਅਫੋਰਡ ਕਰ ਸਕਦੇ ਹਾਂ, ਬੱਚੇ ਨੂੰ ਵੀ ਅਫੋਰਡ ਕਰ ਸਕਦੇ ਹਾਂ, ਫਿਰ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਾਂਗੇ ਨਾ। ਇਦਾਂ ਦਾ ਕੋਈ ਕੰਮ ਅਸੀਂ ਆਰਗਨ ਡੋਨੇਟ ਕਰਨ ਦੀ ਸੋਚਾਂਗੇ ਵੀ ਨਹੀਂ, ਕਿਉਂਕਿ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ ਇਸ ਤੋਂ ਇਲਾਵਾ। ਹੁਣ ਜਿਵੇਂ ਤੁਸੀਂ ਦੇਖਿਆ ਕਿ ਮਿਡਲ ਕਲਾਸ ਦੀ ਫੈਮਿਲੀ ਦੀ ਸਮੱਸਿਆ, ਪਰਿਵਾਰ ਦੀ ਸਮੱਸਿਆ ਹੈਗੀ ਹੈ। ਹੁਣ ਇਹਨਾਂ ਨੇ ਗਵਰਨਰ ਨੂੰ ਇਹ ਗੱਲ ਕਹੀ ਹੈ ਕਿ ਇਹਨਾਂ ਨੇ ਇੱਕ ਲੈਟਰ ਲਿਖਿਆ, ਉਸ ਲੈਟਰ ਵਿੱਚ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਕੋਈ ਬੋਡੀ ਦਾ ਪਾਰਟ ਜਿਹੜਾ ਹੈਗਾ ਉਹ ਵੇਚਣ ਵਾਸਤੇ ਕਾਨੂੰਨ ਬਣਾਇਆ ਜਾਵੇ। ਕਾਨੂੰਨ ਬਣੇਗਾ, ਉਸ ਤੋਂ ਬਾਅਦ ਆਪਣੇ ਬੋਡੀ ਦਾ ਪਾਰਟ ਵੇਚਣਗੇ, ਪਰ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈਗਾ ਕਿ ਤੁਸੀਂ ਆਪਣੇ ਬੋਡੀ ਦਾ ਪਾਰਟ ਵੇਚ ਸਕੋ। ਕਾਨੂੰਨ ਦੀ ਮੰਗ ਕਰ ਰਹੇ ਨੇ, ਕਾਨੂੰਨ ਦੀ ਮੰਗ ਕਰਨ ਤੋਂ ਬਾਅਦ ਇਹ ਡੋਨੇਟ ਕਰਨਗੇ। ਸਵਾਲ ਇੱਥੇ ਮਿਡਲ ਕਲਾਸ ਫੈਮਿਲੀ ਵਾਸਤੇ ਖੜਾ ਹੋ ਜਾਂਦਾ ਹੈ ਕਿ ਅੱਗੇ ਜਾ ਕੇ ਉਹ ਕਰਨਗੇ ਕੀ? ਜਿਸ ਤਰੀਕੇ ਨਾਲ ਸਕੂਲ ਦੇ ਬੱਚਿਆਂ ਦੀ ਫੀਸਾਂ ਵਧੀਆਂ ਜਾ ਰਹੀਆਂ ਨੇ, 70% ਕੋਰਟ ਨੇ ਕਹਿ ਦਿੱਤਾ ਹੈ। ਹੁਣ ਇਹ ਪੇਰੈਂਟਸ ਜਿਹੜੇ ਹੈਗੇ ਨੇ ਕੋਰਟ ਦੇ ਵਿੱਚ ਵੀ ਹੁਣ ਇਹਨਾਂ ਨੇ ਅਪੀਲ ਪਾਈ ਹੈ ਕਿ ਸਾਨੂੰ ਫੀਸਾਂ ਮਾਫ ਕੀਤੀਆਂ ਜਦ ਬੱਚਾ ਕਿ ਸਕੂਲ ਹੀ ਨਹੀਂ ਗਿਆ। ਟਿਊਸ਼ਨ ਨਾਂ ਦੇ ਉੱਤੇ ਫੀਸ ਤੋਂ ਵੀ ਜ਼ਿਆਦਾ ਵੱਧ ਵਸੂਲੇ ਜਾ ਰਹੇ ਨੇ। ਇਸ ਨੂੰ ਲੈ ਕੇ ਉਹਨੇ ਕੋਰਟ ਵਿੱਚ ਵੀ ਗਏ ਨੇ। ਅੱਗੇ ਜਾ ਕੇ ਕੋਰਟ ਦਾ ਕੀ ਫੈਸਲਾ ਹੁੰਦਾ ਉਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਵਿੱਚ 70% ਫੀਸ ਵਾਸਤੇ ਕਹਿ ਦਿੱਤਾ ਹੈ ਵੀ ਦੇਣੀਆਂ ਨੇ, ਪਰ ਇਹ 70% ਫੀਸ ਵਾਸਤੇ ਵੀ ਮਨਾ ਕਰ ਰਹੇ ਨੇ ਕਿ ਜੇ ਸਾਡਾ ਬੱਚਾ ਸਕੂਲ ਦੇ ਵਿੱਚ ਗਿਆ ਹੀ ਨਹੀਂ ਕਿ ਤਾਂ ਫੀਸ ਕਿਸ ਗੱਲ ਦੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕਾਨੂੰਨ ਬਣਦਾ ਕਿ ਨਹੀਂ ਬਣਦਾ। ਇਹ ਤਾਂ ਬਹੁਤ ਅੱਗੇ ਦੀ ਗੱਲ ਹੈ ਕਿ ਗਵਰਨਰ ਇਸ ਉੱਤੇ ਕੀ ਜਵਾਬ ਦੇਣਗੇ। ਜੋ ਇਹਨਾਂ ਨੇ ਲੈਟਰ ਲਿਖੇ, ਜੋ ਚਿੱਠੀ ਲਿਖੀ ਹੈ ਗਵਰਨਰ ਨੂੰ, ਉਸ ਉੱਪਰ ਕੀ ਜਵਾਬ ਆਏਗਾ ਕਿ ਇਹਨਾਂ ਦੀ ਗੱਲ ਸੁਣ ਕੇ, ਇਹਨਾਂ ਦੀ ਪਰਿਵਾਰ ਦੀ ਗੱਲ ਸੁਣ ਕੇ ਜਾਂ ਬਾਕੀ ਹੋਰ ਪਰਿਵਾਰਾਂ ਦੀ ਗੱਲ ਸੁਣ ਕੇ ਇੱਥੇ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਘੱਟ ਕਰਨਗੇ? ਜੇ ਘੱਟ ਨਹੀਂ ਕਰਨਗੇ, ਕਮ ਸੇ ਕਮ ਜਿਹੜੇ ਜ਼ਿਆਦਾ ਮਿਡਲ ਕਲਾਸ ਵਾਲੇ ਫੈਮਿਲੀ ਨੇ ਕਿ ਉਹਨਾਂ ਦੀ ਫੀਸਾਂ ਮਾਫ ਹੋਣਗੀਆਂ, ਇੱਕ ਸਵਾਲ ਬਣਿਆ ਰਹੇਗਾ। ਤੇ ਇਹੋ ਜਿਹੇ ਹੋਰ ਵੀ ਬੜੇ ਮਿਡਲ ਕਲਾਸ ਦੇ ਫੈਮਿਲੀ ਦੇ ਮੈਂਬਰ ਹੈਗੇ ਨੇ ਜਿਹੜੇ ਇਸ ਸਮੱਸਿਆ ਤੋਂ ਜੂਝ ਰਹੇ ਨੇ। ਪ੍ਰੋਬਲਮ ਆ ਰਹੀ ਹੈ, ਨੌਕਰੀ ਨਹੀਂ ਹੈਗੀਆਂ, ਘਰ ਕਿੱਦਾਂ ਚੱਲੂਗਾ, ਸਕੂਲ ਦੀ ਫੀਸ ਵੀ ਹੈਗੀ ਹੈ। ਇਹ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣਾ ਪੈਣਾ।